Hello students, how are you? So today we are going to do very interesting poem Razia the Tigress. ਇਹ poem ਇਸ ਕਰਕੇ ਵੀ interesting ਹੈ ਕਿਉਂਕਿ ਇਹ ਰਜ਼ੀਆ ਦੇ ਦਿਲ ਦੇ ਭਾਵ ਸਾਡੇ ਤੱਕ ਪਹੁੰਚਾਉਂਦੀ ਹੈ। ਰਜ਼ੀਆ ਜੋ ਕਿ ਇੱਕ ਟਾਈਗਰਸ ਹੈ, ਸ਼ੇਰਨੀ ਹੈ। ਸੋ ਆਓ ਆਪਾਂ ਇਸ poem 'ਚ ਦੇਖਦੇ ਹਾਂ ਕਿ ਰਜ਼ੀਆ ਨੂੰ ਐਸੀਆਂ ਕਿਹੜੀਆਂ ਗੱਲਾਂ ਹਨ ਜੋ ਤੰਗ ਕਰ ਰਹੀਆਂ ਹਨ ਜਿਨ੍ਹਾਂ ਕਰਕੇ ਰਜ਼ੀਆ ਪਰੇਸ਼ਾਨ ਹੈ, ਦੁਖੀ ਹੈ। Let's start. The present poem sketches before the reader a world of fast depleting natural resources which is threatening the wildlife around us. ਮੌਜੂਦਾ ਪੋਇਮ ਪਾਠਕ ਦੇ ਅੱਗੇ ਚਿਤਰਣ ਕਰਦੀ ਹੈ ਅਜਿਹੇ ਸੰਸਾਰ ਦਾ ਜਿਸ ਵਿੱਚ ਇੱਥੇ ਮੌਜੂਦ ਕੁਦਰਤੀ ਸੰਸਾਧਨ ਬਹੁਤ ਜਲਦੀ ਲੁਪਤ ਹੋ ਰਹੇ ਹਨ, ਖਤਮ ਹੋ ਰਹੇ ਹਨ ਤੇ ਜੋ ਸਾਡੇ ਆਸ-ਪਾਸ ਮੌਜੂਦ ਜੰਗਲੀ ਜੀਵਨ ਨੂੰ ਧਮਕਾ ਰਹੇ ਹਨ, ਭਾਵ ਖਤਮ ਕਰਦੇ ਜਾ ਰਹੇ ਹਨ। ਰਜ਼ੀਆ the tigress is worried for her partner and two cubs. ਰਜ਼ੀਆ ਜੋ ਕਿ ਇੱਕ ਸ਼ੇਰਨੀ ਹੈ, ਉਹ ਆਪਣੇ ਪਾਰਟਨਰ ਅਤੇ ਆਪਣੇ ਦੋ ਬੱਚਿਆਂ ਨੂੰ ਲੈ ਕੇ ਚਿੰਤਿਤ ਹੈ। who like many other tiger cubs, ਉਹ ਟਾਈਗਰ ਕਬਸ ਜੋ ਕਿ ਬਾਕੀ ਦੇ ਸ਼ੇਰ ਦੇ ਬੱਚਿਆਂ ਵਾਂਗ are in danger of being poached and killed. ਪੌਚ ਹੁੰਦਾ ਹੈ ਸ਼ਿਕਾਰ ਕਰਨਾ, ਸੋ ਉਸ ਨੂੰ ਇਹ ਵੀ ਡਰ ਹੈ ਕਿ ਉਸ ਦੇ ਬੱਚਿਆਂ ਦਾ ਵੀ ਦੂਜੇ ਸ਼ੇਰਾਂ ਦੇ ਬੱਚਿਆਂ ਦੇ ਵਾਂਗ ਕੋਈ ਸ਼ਿਕਾਰ ਨਾ ਕਰੇ ਅਤੇ ਨਾ ਹੀ ਉਹਨਾਂ ਨੂੰ ਮਾਰੇ। The poem also shows how man has usurped all land. ਇਹ ਕਵਿਤਾ ਇਹ ਵੀ ਦਰਸਾਉਂਦੀ ਹੈ ਕਿ ਕਿਸ ਤਰ੍ਹਾਂ ਆਦਮੀ ਨੇ ਜੰਗਲ ਦੀ ਸਾਰੀ ਜ਼ਮੀਨ ਹਥਿਆ ਲਈ ਹੈ। Usurped ਹੁੰਦਾ ਹਥਿਆ ਲੈਣਾ, ਕਾਬੂ ਕਰ ਲੈਣਾ। And how he has plundered his natural resources. ਅਤੇ ਕਿਸ ਤਰ੍ਹਾਂ ਉਸਨੇ ਆਪਣੇ ਕੁਦਰਤੀ ਸੰਸਾਧਨਾਂ ਨੂੰ ਲੁੱਟ ਲਿਆ ਹੈ। This has threatened both the wildlife as well as human life and environment. ਇਸ ਨੇ ਜੰਗਲੀ ਜੀਵਨ ਦੇ ਨਾਲ-ਨਾਲ ਮਨੁੱਖ ਅਤੇ ਵਾਤਾਵਰਣ ਨੂੰ ਵੀ ਖਤਰੇ ਵਿੱਚ ਪਾ ਦਿੱਤਾ ਹੈ। Let's start the poem. The tigress Razia lives alone. ਸ਼ੇਰਨੀ ਰਜ਼ੀਆ ਇਕੱਲੀ ਰਹਿੰਦੀ ਹੈ। Her two cubs haven't yet been named. ਉਸ ਦੇ ਦੋ ਬੱਚਿਆਂ ਦਾ ਅਜੇ ਨਾਮ ਵੀ ਨਹੀਂ ਰੱਖਿਆ ਗਿਆ। ਸ਼ੇਰੂ barely played with them. ਕਿ ਉਹਨਾਂ ਨਾਲ ਖੇਡਣ ਵਾਲਾ ਸਿਰਫ ਸ਼ੇਰੂ ਹੀ ਤਾਂ ਸੀ। ਭਾਵ ਉਹ ਕਹਿਣਾ ਚਾਹੁੰਦੀ ਹੈ ਕਿ ਸ਼ੇਰਾਂ ਦੇ ਦੂਜੇ ਬੱਚੇ ਤਾਂ ਹੁਣ ਦਿਸਦੇ ਹੀ ਨਹੀਂ, ਹੁਣ ਉਸ ਨਾਲ ਖੇਡਣ ਵਾਲਾ ਸਿਰਫ ਸ਼ੇਰੂ ਹੀ ਤਾਂ ਸੀ। ਐਂਡ ਨਾਓ ਹੀ ਹੈਜ਼ ਗੋਨ, ਅਤੇ ਹੁਣ ਉਹ ਵੀ ਚਲਾ ਗਿਆ। ਓ ਵਾਟ ਅ ਸ਼ੇਮ, ਕਿੰਨੀ ਸ਼ਰਮ ਦੀ ਗੱਲ ਹੈ। ਸ਼ੇਰੂ ਵਾਜ਼ ਐਨ ਐਕਸਪਰਟ ਔਨ ਵਿੰਡਸ, ਸ਼ੇਰੂ ਨੂੰ ਸਭ ਪਤਾ ਸੀ ਕਿ ਰਸਤੇ ਕਿੱਧਰ ਨੂੰ ਨਿਕਲਦੇ ਹਨ, ਭਾਵ ਕਿੱਧਰ ਨੂੰ ਜਾਣਾ ਹੈ। ਉਹਨੂੰ ਜੰਗਲ ਦੇ ਸਾਰੇ ਰਸਤਿਆਂ ਦਾ ਪਤਾ ਸੀ। ਨਿਊ ਹਾਊ ਦੇ ਟ੍ਰੈਵਰਸਡ ਡੇਲ ਐਂਡ ਹਿਲ, ਉਸ ਨੂੰ ਘਾਟੀਆਂ ਅਤੇ ਪਹਾੜੀਆਂ ਦੇ ਰਸਤਿਆਂ ਦਾ ਵੀ ਪਤਾ ਸੀ, ਭਾਵ ਉਧਰ ਘੁੰਮਦਾ ਸੀ। ਐਂਡ ਵੇਅਰ ਦੇ ਪੁੱਟ ਅਪ ਫॉर ਦ ਨਾਈਟ ਵੈਨ ਨੋ ਲੀਫ ਸਟਰਡ ਐਂਡ ਆਲ ਵਾਸ ਸਟਿਲ, ਤੇ ਉਸ ਨੂੰ ਇਹ ਵੀ ਪਤਾ ਸੀ ਕਿ ਰਾਤ ਪੈਣ ਤੇ ਜਦੋਂ ਕੋਈ ਵੀ ਪੱਤਾ ਹਿਲਦਾ ਨਹੀਂ, ਸਟਰਡ ਹੁੰਦਾ ਹਿਲਣਾ, ਜਦੋਂ ਕੋਈ ਵੀ ਪੱਤਾ ਹਿਲਦਾ ਨਹੀਂ ਤੇ ਹਰ ਪਾਸੇ ਸ਼ਾਂਤੀ ਹੁੰਦੀ ਹੈ, ਤਾਂ ਕਿਹੜੀ ਜਗ੍ਹਾ ਉਸਨੇ ਆਪਣਾ ਰਹਿਣ ਬਸੇਰਾ ਕਰਨਾ ਹੈ। He knew his winds, their traffic lanes. He knew the deer would smell him out if they were downwind, so he would belly crawl and crouch. So ਇਹਨਾਂ ਵਰਸਿਸ ਦੇ ਵਿੱਚ, ਭਾਵ ਇਹਨਾਂ ਸਤਰਾਂ ਦੇ ਵਿੱਚ ਕਵੀ ਕਹਿੰਦਾ ਹੈ ਕਿ ਸ਼ੇਰ ਨੂੰ ਪਤਾ ਸੀ ਕਿ ਉਸ ਦੇ ਵਿੱਚੋਂ ਨਿਕਲਣ ਵਾਲੀ ਇੱਕ ਅਜੀਬ ਤਰ੍ਹਾਂ ਦੀ ਦੁਰਗੰਧ ਜੋ ਕਿ ਹੋਰ ਦੂਜੇ ਵਿਅਕਤੀਆਂ ਨੂੰ ਅਤੇ ਦੂਜੇ ਪਸ਼ੂਆਂ ਨੂੰ ਅੰਦਾਜ਼ਾ ਦਵਾ ਦਿੰਦੀ ਹੈ ਕਿ ਸ਼ੇਰ ਨੇੜੇ ਤੇੜੇ ਹੀ ਹੈ, ਤੇ ਸ਼ੇਰੂ ਨੂੰ ਇਹ ਵੀ ਪਤਾ ਸੀ ਕਿ ਉਸ ਦੀ ਦੁਰਗੰਧ ਦੂਜੇ ਤੱਕ ਤਾਂ ਪਹੁੰਚੇਗੀ ਜੇ ਹਵਾ ਉਹਦੇ ਵੱਲ ਨੂੰ ਵਗ ਰਹੀ ਹੋਏਗੀ। ਸੋ ਇਸ ਚੀਜ਼ ਨੂੰ ਜਾਣਦੇ ਹੋਏ ਉਹ ਆਪਣੇ ਪੇਟ ਭਾਰ ਧਰਤੀ ਤੇ ਰੇਂਗਦਾ ਹੋਇਆ ਉਸ ਸ਼ਿਕਾਰ ਵੱਲ ਨੂੰ ਵੱਧਦਾ ਹੈ। ਸੋ ਇੱਥੇ ਇੱਕ ਜ਼ਿਕਰ ਕੀਤਾ ਗਿਆ ਹੈ ਕਿ ਜਦੋਂ ਸ਼ੇਰੂ ਹੁੰਦਾ ਸੀ ਮੇਰੇ ਕੋਲ ਤੇ ਉਹ ਕਿੱਦਾਂ ਸਾਡੇ ਸਾਰਿਆਂ ਲਈ ਸ਼ਿਕਾਰ ਕਰ ਲਿਆਂਦਾ ਸੀ ਤੇ ਜਿਹਦੇ ਨਾਲ ਅਸੀਂ ਆਪਣਾ ਪੇਟ ਭਰਦੇ ਸੀ। ਐਂਡ ਟੇਕ ਅ ਲੌਂਗ ਸਰਕੂਲਰ ਰੂਟ, ਤੇ ਉਸ ਹਿਰਨ ਦਾ ਸ਼ਿਕਾਰ ਕਰਨ ਲਈ ਤੇ ਉਹ ਕਿਸ ਤਰ੍ਹਾਂ ਦੂਸਰੇ ਪਾਸੋਂ ਦੀ ਹੋ ਕੇ, ਕਿ ਭਾਵ ਉਹਨੂੰ ਪਤਾ ਸੀ ਕਿ ਜੇ ਮੈਂ ਇਸ ਪਾਸਿਓਂ ਗਿਆ ਤਾਂ ਮੇਰੀ ਜੋ ਦੁਰਗੰਧ ਹੈ ਉਸ ਤੱਕ ਪਹੁੰਚ ਜਾਏਗੀ ਤੇ ਉਸ ਨੂੰ ਪਤਾ ਚੱਲ ਜਾਏਗਾ ਕਿ ਸ਼ੇਰ ਨੇੜੇ ਹੀ ਹੈ। ਤੇ ਉਸ ਦਾ ਸ਼ਿਕਾਰ ਕਰਨ ਵੇਲੇ ਤੇ ਸਾਰੀਆਂ ਚੀਜ਼ਾਂ ਨੂੰ ਧਿਆਨ ਰੱਖਦੇ ਹੋਏ ਉਹ ਇੱਕ ਲੰਬਾ ਸਰਕੂਲਰ ਭਾਵ ਚੱਕਰਾਕਾਰ ਰੂਟ ਲੈਂਦਾ ਸੀ ਤਾਂ ਕਿ ਉਸ ਸ਼ਿਕਾਰ ਨੂੰ ਪਤਾ ਨਾ ਚੱਲੇ ਕਿ ਸ਼ੇਰ ਨੇੜੇ ਹੈ। ਹਾਈਡਿੰਗ ਬਿਹਾਈਂਡ ਬੁਸ਼ ਐਂਡ ਸ਼ਰਬ, ਉਹ ਝਾੜੀਆਂ ਅਤੇ ਛੋਟੇ ਦਰਖਤਾਂ ਦੇ ਪਿੱਛੇ ਲੁਕਦਾ ਹੋਇਆ। once he knew his scent won't carry, ਤੇ ਜਦੋਂ ਉਸ ਨੂੰ ਪਤਾ ਹੁੰਦਾ ਸੀ ਕਿ ਹੁਣ ਉਸ ਦੀ ਦੁਰਗੰਧ ਉਸ ਹਿਰਨ ਦੁਆਰਾ ਨਹੀਂ ਪਕੜੀ ਗਈ, in a flash he would
would erupt, ਤਾਂ ਇੱਕਦਮ ਉਹ ਆਪਣੀ ਛੁਪੀ ਹੋਈ ਜਗ੍ਹਾ ਤੋਂ ਇਰਪਟ ਹੁੰਦਾ, ਭਾਵ ਬਾਹਰ ਨਿਕਲਦਾ, ਜੰਪ ਮਾਰ ਕੇ ਬਾਹਰ ਆਂਦਾ। Deer hadn't sniffed that thick and musty smell of his which people dubbed as tiger scent। ਉਸ ਹਿਰਨ ਨੇ ਸ਼ੇਰੂ ਦੀ, ਭਾਵ ਸ਼ੇਰ ਦੀ ਉਹ ਬਦਬੂਦਾਰ ਸਮੈਲ ਨਹੀਂ ਸੁੰਘੀ ਸੀ ਜਿਸ ਨੂੰ ਕਿ ਲੋਕੀ ਟਾਈਗਰ ਦੀ ਸਮੈਲ ਕਹਿੰਦੇ ਸਨ। He got the stag, ਹੁਣ ਸ਼ੇਰੂ ਨੇ ਸਟੈਗ ਨੂੰ ਆਪਣੇ ਪੰਜਿਆਂ ਹੇਠ ਕਰ ਲਿਆ, ਭਾਵ ਉਹਨੂੰ ਸਟੈਗ ਮਿਲ ਗਿਆ। ਸਟੈਗ ਕੀ ਹੁੰਦਾ? ਹਿਰਨ। His claw fell like a giant club, ਕਲੱਬ ਹੁੰਦਾ ਲਾਠੀ ਜਾਂ ਕੋਈ ਵੀ ਭਾਰੀ ਹਥਿਆਰ। ਸੋ ਉਸ ਦਾ ਪੰਜਾ ਉਸ ਸਟੈਗ ਦੇ ਉੱਤੇ ਇੱਕ ਭਾਰੀ ਲਾਠੀ ਵਾਂਗ ਵੱਜਿਆ। On neck and antler both were crushed, ਤੇ ਉਸ ਦੀ ਗਰਦਨ ਅਤੇ ਸਿੰਗ ਦੋਨੋਂ ਹੀ ਟੁੱਟ ਗਏ। Now ਸ਼ੇਰੂ's gone, ਹੁਣ ਰਜ਼ੀਆ ਕਹਿੰਦੀ ਕਿ ਹੁਣ ਸ਼ੇਰੂ ਚਲਾ ਗਿਆ ਹੈ। Not anymore do people fear his dreaded spoor, dreaded ਹੁੰਦਾ ਭਿਆਨਕ ਤੇ ਸਪੂਰ ਹੁੰਦਾ ਦੁਰਗੰਧ। ਹੁਣ ਉਹਦੇ ਜਾਣ ਤੋਂ ਬਾਅਦ ਲੋਕੀ ਉਸ ਦੀ ਭਿਆਨਕ ਸਮੈਲ ਤੋਂ ਡਰਦੇ ਨਹੀਂ। ਪਗ ਮਾਰਕਡ ਔਨ ਦਾ ਫੋਰੈਸਟ ਫਲੋਰ, ਤੇ ਨਾ ਹੀ ਉਸ ਦੇ ਪਗ ਮਾਰਕਸ ਤੋਂ ਡਰਦੇ ਹਨ। ਠੀਕ ਹੈ, ਪਗ ਮਾਰਕ ਕੀ ਹੁੰਦੇ ਨੇ? ਪੈਰਾਂ ਦੇ ਨਿਸ਼ਾਨ। ਤੇ ਜੰਗਲ ਵਿੱਚ ਜੇ ਕੋਈ ਉਹਦੇ ਪਹਿਲਾਂ ਪੈਰਾਂ ਦੇ ਨਿਸ਼ਾਨ ਦੇਖ ਲੈਂਦਾ ਸੀ ਤੇ ਡਰ ਜਾਂਦੇ ਸੀ, ਪਰ ਅੱਜ ਕੱਲ ਲੋਕੀ ਉਸ ਦੇ ਪੈਰਾਂ ਦੇ ਨਿਸ਼ਾਨਾਂ ਤੋਂ ਡਰਦੇ ਨਹੀਂ। ਸੋ ਇਨਡਾਇਰੈਕਟਲੀ ਉਹ ਕਹਿਣਾ ਚਾਹੁੰਦੀ ਹੈ ਕਿ ਲੋਕਾਂ ਦੇ ਦਿਮਾਗ ਵਿੱਚ ਹੁਣ ਇਹ ਗੱਲ ਆ ਰਹੀ ਹੈ ਕਿ ਸ਼ੇਰ ਹੁਣ ਖਤਮ ਹੋ ਚੁੱਕੇ ਹਨ, ਕਿ ਇਹ ਬੀਤੇ ਜ਼ਮਾਨੇ ਦੀ ਗੱਲ ਬਣਦੀ ਜਾ ਰਹੀ ਹੈ, ਕਿ ਹੁਣ ਲੋਕਾਂ ਦਾ ਸ਼ੇਰ ਪ੍ਰਤੀ ਡਰ ਵੀ ਖਤਮ ਹੋ ਰਿਹਾ ਹੈ। Grief and fear start competing in Razia's heart, ਕਿ ਹੁਣ ਰਜ਼ੀਆ ਦੇ ਦਿਲ ਦੇ ਵਿੱਚ ਦੁੱਖ ਅਤੇ ਡਰ ਭਰ ਚੁੱਕੇ ਹਨ, ਭਾਵ ਹਾਵੀ ਹੋ ਚੁੱਕੇ ਹਨ। With ਸ਼ੇਰੂ gone, ਸ਼ੇਰੂ ਦੇ ਜਾਣ ਕਰਕੇ। Will the hyenas hound her cubs, ਕੀ ਹੁਣ ਹਾਇਨਾਸ ਜਿਹੜੇ ਜਾਨਵਰ ਹਨ ਉਹ ਹੁਣ ਉਸ ਦੇ ਬੱਚਿਆਂ ਦਾ ਸ਼ਿਕਾਰ ਕਰ ਲੈਣਗੇ? Can she leave the little ones alone, ਕੀ ਉਹ ਹੁਣ ਆਪਣੇ ਬੱਚਿਆਂ ਨੂੰ ਇਕੱਲਿਆਂ ਛੱਡ ਸਕਦੀ ਹੈ? ਭਾਵ ਉਸ ਨੂੰ ਇਹ ਡਰ ਹੈ ਕਿ ਅੱਗੇ ਤਾਂ ਸ਼ੇਰੂ ਸਾਡੇ ਲਈ ਸ਼ਿਕਾਰ ਕਰ ਲਿਆਂਦਾ ਸੀ ਤੇ ਇਹੋ ਜਿਹੇ ਸਾਰੇ ਕੰਮ ਉਹ ਕਰ ਦਿੰਦਾ ਸੀ ਜਿਹਦੇ ਨਾਲ ਸਾਡਾ ਸਾਰਿਆਂ ਦਾ ਗੁਜ਼ਰ ਬਸਰ ਚੱਲਦਾ ਸੀ, ਪਰ ਹੁਣ ਉਹਦੀ ਐਬਸੈਂਸ ਦੇ ਵਿੱਚ ਉਸੇ ਨੂੰ ਹੀ ਆਪਣੇ ਬੱਚਿਆਂ ਦਾ ਪੇਟ ਭਰਨ ਲਈ ਸ਼ਿਕਾਰ ਲੱਭਣਾ ਪਵੇਗਾ। ਤੇ ਕੀ ਜਦੋਂ ਉਹ ਸ਼ਿਕਾਰ ਕਰਨ ਜਾਏਗੀ ਤੇ ਬੱਚਿਆਂ ਨੂੰ ਇਕੱਲਿਆਂ ਛੱਡ ਕੇ ਜਾਏਗੀ ਤਾਂ ਕੀ ਇਦਾਂ ਨਹੀਂ ਹੋਏਗਾ ਕਿ ਪਿੱਛੋਂ ਹਾਇਨਾਜ਼ ਆ ਕੇ ਉਹਦੇ ਬੱਚਿਆਂ ਨੂੰ ਮਾਰ ਦੇਣਗੇ? ਕੀ ਉਹ ਆਪਣੇ ਬੱਚਿਆਂ ਨੂੰ ਇਕੱਲਾ ਛੱਡ ਸਕਦੀ ਹੈ? When she goes hunting flesh and bone, ਕਿ ਜਦੋਂ ਉਹ ਯਾਨੀ ਟਾਈਗਰਸ ਰਜ਼ੀਆ ਉਹ ਸ਼ਿਕਾਰ ਤੇ ਜਾਵੇ, ਆਪਣੇ ਬੱਚਿਆਂ ਲਈ ਫਲੈਸ਼ ਤੇ ਬੋਨ ਲੈਣ ਜਾਵੇ, the tigress ਰਜ਼ੀਆ lives in fear, ਹੁਣ ਰਜ਼ੀਆ ਟਾਈਗਰਸ ਡਰ ਦੇ ਵਿੱਚ ਜਿਉਂਦੀ ਹੈ। a greater dread, ਇੱਕ ਭਿਆਨਕ ਡਰ। when will again the poachers with their guns appear, ਉਸ ਨੂੰ ਇਹ ਵੀ ਡਰ ਹੈ ਕਿ ਕਿਤੇ ਫਿਰ ਹੁਣ ਉਹ ਵਾਲੇ ਸ਼ਿਕਾਰੀ ਦੁਬਾਰਾ ਤਾਂ ਨਹੀਂ ਸਾਹਮਣੇ ਆ ਜਾਣਗੇ ਜਿਹੜੇ ਕਿ ਪਹਿਲਾਂ ਵੀ ਉਸ ਦੇ ਸ਼ੇਰੂ ਦਾ ਸ਼ਿਕਾਰ ਕਰਨ ਲਈ ਆਏ ਸਨ। ਸੋ ਇਸ ਦਾ ਪੋਇਟ ਹੈ ਕੇਕੀ ਐਨ ਦਾਰੂਵਾਲਾ। ਸੋ ਆਓ ਕੁਝ ਗੱਲਾਂ ਪੋਇਟ ਬਾਰੇ ਵੀ ਜਾਣੀਏ। ਕੇਕੀ ਐਨ ਦਾਰੂਵਾਲਾ ਇਜ਼ ਅ ਗ੍ਰੇਟ ਕੰਟੈਂਪਰੇਰੀ ਇੰਡੀਅਨ ਪੋਇਟ। ਕੇਕੀ ਐਨ ਦਾਰੂਵਾਲਾ ਇੱਕ ਮਹਾਨ ਸਮਕਾਲੀਨ ਭਾਰਤੀ ਕਵੀ ਹੈ। ਹੀ ਵਾਜ਼ ਬੋਰਨ ਇਨ ਲਾਹੌਰ ਇਨ 1937, ਉਹ ਲਾਹੌਰ ਵਿੱਚ ਪੈਦਾ ਹੋਏ 1937 ਈਸਵੀ ਵਿੱਚ, ਐਂਡ ਵਾਜ਼ ਐਜੂਕੇਟਡ ਐਟ ਗਵਰਨਮੈਂਟ ਕਾਲਜ ਲੁਧਿਆਣਾ, ਅਤੇ ਜਿਨ੍ਹਾਂ ਨੇ ਗਵਰਨਮੈਂਟ ਕਾਲਜ ਲੁਧਿਆਣਾ ਤੋਂ ਸਿੱਖਿਆ ਪ੍ਰਾਪਤ ਕੀਤੀ। ਹੀ ਕਰੰਟਲੀ ਲਿਵਸ ਇਨ ਨਿਊ ਦਿੱਲੀ, ਉਹ ਇਸ ਸਮੇਂ ਨਿਊ ਦਿੱਲੀ ਵਿੱਚ ਰਹਿੰਦੇ ਹਨ। ਹੀ ਇਜ਼ ਅ ਵਿਨਰ ਆਫ ਦਾ ਸਾਹਿਤਯ ਅਕੈਡਮੀ ਐਂਡ ਕਾਮਨਵੈਲਥ ਪੋਇਟਰੀ ਅਵਾਰਡਸ, ਉਹ ਸਾਹਿਤ ਅਕਾਦਮੀ ਅਤੇ ਕਾਮਨਵੈਲਥ ਪੋਇਟਰੀ ਅਵਾਰਡਸ ਦੇ ਜੇਤੂ ਹਨ। ਹੀ ਇਜ਼ ਪ੍ਰੇਜ਼ਡ ਫॉर ਹਿਜ਼ ਬਿਟਰ ਸਟਾਇਰਿਕ ਟੋਨ, ਉਹਨਾਂ ਦੀ ਪ੍ਰਸ਼ੰਸਾ ਉਹਨਾਂ ਦੀ ਕੁਰਖਤ ਅਤੇ ਵਿਅੰਗ ਆਤਮਕ ਟੋਨ ਤੇ ਵੀ ਕੀਤੀ ਜਾਂਦੀ ਹੈ, which is rather exceptional in Indian poetry in English, ਜਿਹੜੀ ਕਿ ਇੰਗਲਿਸ਼ ਦੀ ਇੰਡੀਅਨ ਪੋਇਟਰੀ ਦੇ ਵਿੱਚ ਸਾਰਿਆਂ ਤੋਂ ਹੀ ਅਲੱਗ ਗੱਲ ਹੈ।